ਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ। ਨਾਨਕ ਹੋਸੀ ਵੀ ਸਚ। ਜੇਤਾ ਜੀਉ ਬਿਨ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਏ ਤਿਹਾ ਹੋ ਕਰੀ ਵਖਿਆਨ। ਸਤਿਨਾਮ ਵਾਹਿਗੁਰੂ ਜੀ। ਮਹਲਾ ਦੂਜਾ। ਆਪੇ ਸਾਜੇ ਕਰੇ ਆਪ, ਜਾਈ ਪੇ ਰਖੈ ਆਪ। ਤਿਸ ਵੇ ਜੰਤੁ ਪਾਏ ਕੈ, ਦੇਖੈ ਥਾਪ ਥਾਪ। ਕਿਸਨੁ ਕਹੀਐ ਨਾਨਕਾ, ਸਭ ਕਿਛ ਆਪੇ ਆਪ। ਪੌੜੀ ਵੱਡੇ ਕੀਆਂ ਵਡਿਆਈਆਂ, ਕਿਛ ਕਹਿਣਾ ਕਹਿਣ ਨਾ ਜਾਏ। ਸੋ ਕਰਤਾ ਕਾਦਰ ਕਰੀਮ ਦੇ ਜੀਆ, ਰਿਜਕ ਸੰਭਾਹੇ। ਸਾਈ ਕਾਰ ਕਮਾਵਣੀ, ਧੁਰ ਛੋਡੀ ਤਿਨੈ ਪਾਏ। ਨਾਨਕ ਏਕੀ ਬਾਰੀ, ਹੋਰ ਦੂਜੀ ਨਾਹੀ ਜਾਏ। ਸੋ ਕਰੇ ਜੇ ਤਿਸੈ ਰਜਾਏ, ਸੋ ਕਰੇ ਜੇ ਤਿਸੈ ਰਜਾਏ। ਸ਼ੁੱਧ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀਓ, ਗੁਰਬਾਣੀ ਦੀ ਜੋ ਪਾਵਨ ਕਥਾ ਲੜੀਵਾਰ ਇਸ ਸਥਾਨ 'ਤੇ ਚੱਲ ਰਹੀ ਹੈ, ਤਿਸ ਦੇ ਤਹਿਤ ਆਸਾ ਕੀ ਵਾਰ ਦੀ ਅਖੀਰਲੀ ਪੌੜੀ ਔਰ ਇਸ ਦੇ ਨਾਲ ਜੋ 2 ਸ਼ਲੋਕ ਆਏ ਹਨ। ਪਹਿਲੇ ਸ਼ਲੋਕ ਦੀ ਕਥਾ ਕੱਲ੍ਹ ਦੇ ਦੀਵਾਨਾਂ ਅੰਦਰ ਆਪ ਜੀ ਨੇ ਸਰਵਣ ਕੀਤੀ ਹੈ। ਦੂਸਰੇ ਸ਼ਲੋਕ ਦਾ ਅਤੇ ਪੌੜੀ ਦਾ ਸ਼ਬਦ ਪਾਠ ਇਸ ਸਮੇਂ ਆਪ ਜੀ ਨੇ ਸਰਵਣ ਕੀਤਾ ਹੈ। ਸ਼ਲੋਕ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ ਅਤੇ ਪੌੜੀ ਵਾਲਾ ਸ਼ਬਦ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਹੈ। ਸਤਿਗੁਰੂ ਜੀ ਦੇ ਪਾਵਨ ਅੰਮ੍ਰਿਤ ਬਚਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 475 ਤੇ ਸ਼ੋਭਾਇਮਾਨ ਹਨ। ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਸਾਨੂੰ ਪਾਵਨ ਬਾਣੀ ਦੇ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਪੌੜੀ ਵਾਲੇ ਸ਼ਬਦ ਦੇ ਵਿੱਚ ਜੋ ਪਰਮਾਤਮਾ ਦੀ ਮਹਿਮਾ ਦੇ ਵਿੱਚ ਪਰਮਾਤਮਾ ਦੀ ਸਿਫਤ ਸਲਾਹ ਦੇ ਵਿੱਚ ਬਚਨ ਆਖੇ ਨੇ, ਸ਼ਲੋਕਾਂ ਦੇ ਵਿੱਚ ਉਸ ਭਾਵ ਨੂੰ ਖੋਲ੍ਹਿਆ ਗਿਆ ਹੈ। ਪਹਿਲੇ ਸ਼ਲੋਕ ਦੇ ਵਿੱਚ ਮਹਾਰਾਜ ਫਰਮਾਨ ਕਰਦੇ ਨੇ, ਵਾਹਿਗੁਰੂ ਨੇ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ। ਰੰਗਾਂ ਰੰਗਾਂ ਦੀ ਸ੍ਰਿਸ਼ਟੀ ਸਾਜੀ ਹੈ, ਤਰ੍ਹਾਂ ਤਰ੍ਹਾਂ ਦੀ ਦੁਨੀਆ ਜੀਵ ਜੰਤ ਸਾਜੇ ਨੇ ਅਤੇ ਇਹਨਾਂ ਜੀਵਾਂ ਨੂੰ ਮਹਾਰਾਜ ਭਾਂਡਿਆਂ ਦੇ ਨਾਲ ਤੁਲਨਾ ਦਿੰਦੇ ਹਨ। ਜਿਵੇਂ ਵੇਖੋ ਆਪਣੇ ਘਰ ਦੇ ਵਿੱਚ ਭਾਂਡੇ ਨੇ, ਭਾਂਡਿਆਂ ਦੇ ਕਈ ਰੂਪ ਹਨ। ਕਿਸੇ ਭਾਂਡੇ ਦੇ ਵਿੱਚ ਕੋਈ ਵਸਤੂ ਪਾਈ ਜਾਂਦੀ ਹੈ, ਕਿਸੇ ਭਾਂਡੇ ਦੇ ਵਿੱਚ ਕੋਈ ਵਸਤੂ ਪਾਈ ਜਾਂਦੀ ਹੈ। ਭਾਂਡੇ ਦਾ ਆਕਾਰ ਵੇਖ ਕੇ, ਉਸ ਦੇ ਗੁਣ ਵੇਖ ਕੇ ਭਾਂਡੇ ਨੂੰ ਵਰਤਿਆ ਜਾਂਦਾ ਹੈ। ਅੱਜ ਭਾਵੇਂ ਸਾਡੇ ਘਰਾਂ ਦੇ ਵਿੱਚ ਸਾਡੇ ਕੋਲੋਂ ਸਮਝ ਨਹੀਂ ਰਹੀ, ਜਿਹੜੇ ਸਾਡੇ ਪੁਰਾਣੇ ਬਜ਼ੁਰਗ ਸਨ ਉਹਨਾਂ ਨੂੰ ਬੜੀ ਡੂੰਘੀ ਸੋਝੀ ਸੀ ਇਸ ਗੱਲ ਦੀ
कि जो घरां दे विच भांडे वरतने ने उन्हां दा की रूप होना चाहिदा है, वो किस धात दे होने चाहिए ने। अज मनुख नूं तरह तरह के जे रोग लगे ने, उहदा कारण भांडियां दा भी एक कारण है। क्योंकि आपां हुण जिहड़ा है पित्तल कांसी ਜਾਂ ਮਿੱਟੀ ਦੇ ਭਾਂਡੇ ਛੱਡ ਕੇ ਕੇਵਲ ਸਟੀਲ ਦੇ ਬਰਤਨ ਵਰਤਣ ਲੱਗ ਪਏ ਹਾਂ, ਔਰ ਉਹਦੇ ਕਾਰਨ ਕਰਕੇ ਸਾਨੂੰ ਕਈ ਬਿਮਾਰੀਆਂ ਰੋਗ ਵੀ ਲੱਗ ਰਹੇ ਹਨ। ਪਹਿਲਾਂ ਭਾਂਡੇ ਦਾ ਗੁਣ ਵੇਖਿਆ ਜਾਂਦਾ ਸੀ, ਧਾਤ ਦਾ ਗੁਣ ਵੇਖਿਆ ਜਾਂਦਾ ਸੀ ਵੀ ਇਸ ਧਾਤ ਦਾ ਇਹ ਭਾਂਡਾ ਬਣਿਆ ਹੈ, ਇਹਦੇ ਵਿੱਚ ਇਹ ਗੁਣ ਹੈ, ਅਤੇ ਉਹਦੇ ਮੁਤਾਬਕ ਉਹਦੇ ਵਿੱਚ ਵਸਤੂ ਪਾਈ ਜਾਂਦੀ ਸੀ। ਜਿਵੇਂ ਜਿਹੜਾ ਦੁੱਧ ਰਿੜਕਿਆ ਜਾਂਦਾ ਉਹਨੂੰ ਗਰਮ ਕਰਨ ਵਾਸਤੇ ਚਾਟੀ ਵਿੱਚ ਪਾ ਕੇ, ਕਾੜਨੀ ਵਿੱਚ ਪਾ ਕੇ ਅੱਗ ਦੇ ਉੱਪਰ ਰੱਖਿਆ ਜਾਂਦਾ ਸੀ। ਭਾਂਡੇ ਉਸ ਸਮੇਂ ਵੀ ਪਿੱਤਲ ਦੇ ਸਨ, ਹੋਰ ਵੀ ਸਨ, ਪਰ ਉਹ ਬੜੇ ਸਿਆਣੇ ਲੋਕ ਸੀ। ਮਿੱਟੀ ਦੇ ਭਾਂਡਾ ਜਿਹੜਾ ਬਣਿਆ ਹੁੰਦਾ ਸੀ, ਕਾੜਨੀ ਚਾਟੀ, ਉਹਦੇ ਵਿੱਚ ਉਹ ਦੁੱਧ ਗਰਮ ਕਰਦੇ ਸੀ ਅਤੇ ਉਹਦੇ ਵਿੱਚ ਹੀ ਉਸ ਦੁੱਧ ਨੂੰ ਰਿੜਕਿਆ ਜਾਂਦਾ ਸੀ। ਭਾਂਡੇ ਦੇ ਗੁਣ ਵੇਖੇ ਜਾਂਦੇ ਸੀ ਅਤੇ ਗੁਣ ਵੇਖ ਕੇ ਉਹਦੇ ਵਿੱਚ ਵਸਤੂ ਪਾਈ ਜਾਂਦੀ ਸੀ। ਇਸ ਕਰਕੇ ਭਾਵੇਂ ਉਹਨਾਂ ਦੇ ਕੋਲ ਫਰਿੱਜਾਂ ਨਹੀਂ ਸਨ ਜਾਂ ਹੋਰ ਕਈ ਯੰਤਰ ਨਹੀਂ ਸਨ, ਫਿਰ ਵੀ ਉਹਨਾਂ ਦੀ ਰੱਖੀ ਹੋਈ ਵਸਤੂ ਛੇਤੀ ਖਰਾਬ ਨਹੀਂ ਸੀ ਹੁੰਦੀ। ਅੱਜ ਆਪਾਂ ਨੂੰ ਪਰਖ ਨਹੀਂ ਰਹੀ, ਆਪਾਂ ਕੋਈ ਵੀ ਚੀਜ਼ ਰੱਖਦੇ ਹਾਂ, ਸ਼ਾਮ ਤੱਕ ਖਰਾਬ ਹੋ ਜਾਂਦੀ ਹੈ। ਮਨੁੱਖ ਭੁੱਲ ਸਕਦਾ ਹੈ, ਪਰ ਉਹ ਪਰਮਾਤਮਾ ਵਾਹਿਗੁਰੂ ਅਭੁੱਲ ਹੈ। ਵਾਹਿਗੁਰੂ ਪਰਮਾਤਮਾ ਨੇ ਜੀਵ ਰੂਪੀ ਭਾਂਡੇ ਬਣਾਏ ਨੇ, ਔਰ ਭਾਂਡਿਆਂ ਵਿੱਚ ਵੇਖ ਕੇ ਵਸਤੂ ਪਾਉਂਦਾ ਵੀ ਇਹ ਭਾਂਡਾ ਕਿਸ ਤਰ੍ਹਾਂ ਦਾ ਹੈ। ਸਾਨੂੰ ਸਮਝ ਨਹੀਂ ਰਹੀ, ਪੁਰਾਣੇ ਬਜ਼ੁਰਗਾਂ ਨੂੰ ਸਮਝ ਆਉਂਦੀ ਸੀ ਇਹ ਭਾਂਡੇ ਵਿੱਚ ਕਿਹੜੀ ਵਸਤੂ ਪਾ ਕੇ ਰੱਖਾਂਗੇ, ਖਰਾਬ ਨਾ ਹੋਵੇ, ਇਹਦੇ ਵਿੱਚ ਗੁਣ ਕੀ ਹੈ, ਇਹਦੇ ਵਿੱਚ ਕੁਆਲਿਟੀ ਕੀ ਹੈ। ਇਸੇ ਤਰ੍ਹਾਂ ਵਾਹਿਗੁਰੂ ਨਿਰੰਕਾਰ ਆਪੇ ਭਾਂਡੇ ਸਾਜੇ ਹਨ, ਆਪੇ ਪੂਰਨ ਦੇ ਜੀਵ ਰੂਪੀ ਭਾਂਡੇ ਆਪ ਹੀ ਉਹਨੇ ਸਾਜੇ ਨੇ, ਅਤੇ ਆਪ ਹੀ ਉਹਨਾਂ ਦੇ ਵਿੱਚ ਪੂਰਨਤਾ ਦਿੱਤੀ ਹੈ। ਭਾਵ ਕੋਈ ਨਾ ਕੋਈ ਚੀਜ਼ ਉਹਨਾਂ ਵਿੱਚ ਪਾਈ ਹੈ। ਹਰ ਇੱਕ ਮਨੁੱਖ ਦੇ ਵਿੱਚ ਰੱਬ ਨੇ ਕੋਈ ਨਾ ਕੋਈ ਗੁਣ ਪਾਇਆ ਹੈ। ਜਿਵੇਂ ਕੱਲ੍ਹ ਵੀ ਬੇਨਤੀ ਕੀਤੀ ਸੀ, ਸੱਪ ਆਦਿਕ ਨੂੰ ਆਪਾਂ ਬਹੁਤ ਮਾੜਾ ਸਮਝਦੇ ਹਾਂ, ਪਰ ਉਹਦੇ ਵਿੱਚ ਵੀ ਗੁਣ ਨੇ। ਉਹਦੀ ਜ਼ਹਿਰ ਨੂੰ ਵੀ ਮਾੜਾ ਆਖਿਆ ਜਾਂਦਾ, ਪਰ ਉਹਦੀ ਜ਼ਹਿਰ ਨਾਲ ਬੜੀਆਂ ਦਵਾਈਆਂ ਬਣਦੀਆਂ ਨੇ, ਜੋ ਬੜੀਆਂ ਭਿਅੰਕਰ ਬਿਮਾਰੀਆਂ ਨੇ, ਉਹਦਾ ਇਲਾਜ ਹੁੰਦਾ ਹੈ ਸੱਪ ਦੀ ਜ਼ਹਿਰ ਨਾਲ। ਕੱਲ੍ਹ ਪਰਸੋਂ ਦੀ ਖਬਰ ਹੈ, ਇੱਕ ਚੰਡੀਗੜ੍ਹ ਦੇ ਵਿੱਚ ਇੱਕ ਬੰਦਾ ਫੜਿਆ ਗਿਆ ਹੈ, ਸਮਗਲਰ। 2 ਮੂੰਹਾਂ ਸੱਪ ਉਹ ਵੇਚਣ ਵਾਸਤੇ ਆਇਆ ਸੀ। ਕਹਿੰਦੇ ਉਹਦੀ ਕਰੋੜਾਂ ਰੁਪਏ ਕੀਮਤ ਹੈ। ਸੱਪ 2 ਮੂੰਹਾਂ, ਉਹਦੀ ਖੋਜ ਕੀਤੀ ਗਈ ਵੀ ਇਹ ਸੱਪ 2 ਮੂੰਹਾਂ, ਇਹਦੀ ਕੀਮਤ ਇੰਨੀ ਕਿਉਂ ਜ਼ਿਆਦਾ ਹੈ। ਤਾਂ ਉਹ ਖੋਜ ਤੋਂ ਪਤਾ ਲੱਗਾ ਹੈ ਕਿ ਇਹਦੀ ਜਿਹੜੀ ਜ਼ਹਿਰ ਹੈ ਇਹ ਬੜੀ ਮਹਿੰਗੀ ਹੈ, ਔਰ ਬੜੀਆਂ ਮਹਿੰਗੀਆਂ ਦਵਾਈਆਂ ਅਤੇ ਪਰਫਿਊਮ ਆਦਿਕ ਉਹ ਕਈ ਚੀਜ਼ਾਂ ਵਿੱਚ ਵਰਤਿਆ ਜਾਂਦਾ ਜਿਹੜਾ 2 ਮੂੰਹਾਂ ਸੱਪ ਹੁੰਦਾ ਹੈ। ਵੈਸੇ ਆਪਾਂ ਉਹਨੂੰ ਵੇਖ ਕੇ ਆਪਾਂ ਨੂੰ ਉਹਦਾ ਪਤਾ ਨਹੀਂ, ਉਹਦੇ ਗੁਣਾਂ ਦਾ ਆਪਾਂ ਉਹਨੂੰ ਮਾੜਾ ਸਮਝਦੇ ਹਾਂ। ਪਰਮਾਤਮਾ ਨੇ ਜੋ ਵੀ ਕੁਝ ਬਣਾਇਆ ਹੈ ਉਹ ਸ੍ਰੇਸ਼ਟ ਬਣਾਇਆ ਹੈ। ਇਹ ਗੱਲ ਵੱਖਰੀ ਵੀ ਸਾਨੂੰ ਉਹਦੀ ਪਰਖ ਨਹੀਂ ਹੈ, ਸਾਨੂੰ ਉਹਦੀ ਪਰਖ ਨਹੀਂ ਹੈ। ਵਾਹਿਗੁਰੂ ਪਰਮਾਤਮਾ ਨੇ ਭਾਂਡੇ ਬਣਾਏ ਨੇ, ਅਤੇ ਜਿਸ ਤਰ੍ਹਾਂ ਕਿਸੇ ਦਾ ਕਰਮ ਸੀ ਉਹਦੇ ਮੁਤਾਬਕ ਕੋਈ ਸੁੱਖ ਪਾ ਰਿਹਾ, ਕੋਈ ਦੁੱਖ ਪਾ ਰਿਹਾ ਹੈ। ਮਹਾਰਾਜ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਮਹਿਮਾ ਬਿਆਨ ਕਰ ਰਹੇ ਨੇ ਪਾਵਨ ਅੰਮ੍ਰਿਤ ਬਚਨਾਂ ਦੇ ਵਿੱਚ। ਇਹ ਮਨੁੱਖ, ਤੂੰ ਉਸ ਨਿਰੰਕਾਰ ਦੇ ਚਰਨਾਂ ਨਾਲ ਜੁੜ ਜਿਸ ਨੇ ਸਾਰਾ ਕੁਝ ਬਣਾਇਆ ਹੈ। ਸਾਰੇ ਜੀਵਾਂ ਨੂੰ ਜਿਹਨੇ ਕੰਮ ਧੰਦੇ ਲਾਇਆ ਹੋਇਆ ਹੈ, ਸਾਰੇ ਕੁਝ ਨੂੰ ਚਲਾਉਣ ਵਾਲਾ ਉਹ ਨਿਰੰਕਾਰ ਹੈ। ਪਾਤਸ਼ਾਹ
फरमान कर रहे ने महला दूजा। आपे साजे करे आप, जाई पे रखै आप। महला दूजा गुरु अंगद देव महाराज जी का यह श्लोक है। आपे साजे, वाहिगुरु परमात्मा आप ही साजदा है, फिर उन्होंने सवारदा भी है। जिमें आपां सुखमनी साहिब दे विच पढ़दे हां, जिन तू साज सवार सिंगारिया। साज के सवार के श्रृंगार दिता है। जिमें कोई पहला आपां बिल्डिंग बनाते हाँ, उहदा ढांचा तैयार किया जाता है, फिर उन्होंने पलस्तर आदि किया जाता है, साजिया गया, फिर उन्होंने सवार दिता, वधिया उहदे विच फर्नीचर लाता, होर पलस्तर आदि करता। तीसरे नंबर ते उन्होंने रंग कर दिता गया। रंग दे नाल होर भी सोहना लगन लग पिया। इसे तरह परमात्मा वाहिगुरू ने सारे जीवां नूं साजिया, इकल्ले मनुख नूं ही नहीं। तुसी वेखो बनस्पति, पेड़ आदਿਕ, पशु पंछी, जानवर, वाहिगुरू निरंकार ने कीड़ियां दे विच भी रंग भरे ने, उन्हां नूं साजिया, सवारिया, शंगारिया है। कई जीव हुंदे ने, उन्हां दे खंभां विच भी रंग हुंदे ने। जिवें एक जुगनू है, वो वेखो रात नूं जिमें वो जगदा है, जगदा तो दिने भी है, सूरज की रोशनी करके उसकी रोशनी दिखाई नहीं देती, रात के हनेरे में वो दिखाई देती है। बिना बैटरी तो, बिना किसी तरह का अर्थ दिते वाहिगुरू ने उहदे विच वेखो लाइट भरी हुई, वो जगदी है। उन्होंने उस तरह सवारिया, शंगारिया होया है, सोहना लगता है। इस तरह होर भी तो महाराज साहिब सच्चे पातशाह कहते आपे साजे करे आप। आप ही उन्होंने साज के, फिर आप ही उन्होंने किरत करन विच लाया होया है। जाई पे रखै आप। हर एक जीव नूं जाई दा अर्थ है जगह, किहनूं किहड़ी जगह ते रखना है, उहनूं उसे जगह ते लाया होया है। सारिਆਂ ਨੂੰ ਵੱਖੋ ਵੱਖਰੀ जगह ਤੇ ਲਾਇਆ ਹੋਇਆ। कोई राजा है, कोई प्रजा है, कोई भिखारी है, कोई विद्वान है, कोई मूर्ख है, कोई वैद है, कोई रोगी है। किसी ਨੂੰ ਕਿਸੇ जगह ਤੇ ਰੱਖਿਆ ਹੋਇਆ, ਕਿਸੇ ਨੂੰ ਕਿਸੇ जगह ਤੇ। ਸਾਰਿਆਂ ਨੂੰ ਜਿਵੇਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬਚਨ ਨੇ, ਤੁਧ ਸੰਸਾਰ ਉਪਾਇਆ, ਸਿਰੇ ਸਿਰ ਧੰਦਾ ਲਾਇਆ। ਸਾਰਿਆਂ ਨੂੰ ਸਿਰੋਂ ਸਿਰ ਧੰਦੇ ਲਾਇਆ ਹੋਇਆ ਹੈ। सारे आपो अपने धंदियां विच मशरूफ ने। सारिਆਂ ਨੂੰ आपो अपने काम धंधे का फिक्र है कि जिहड़ा भी कोई है, पशु पंछियां ਨੂੰ अपना फिक्र है, जीव जंतु जिन्ने भी सारे सिरे सिर धंधा लाए दा। वेख्या कीता अपना कर कुदरत पासा ढाल दिओ। ते महाराज सच्चे पातशाह जी कहंदे इस तरह वाहिगुरू निरंकार सारे पासे वरत रहा है। सारे जीवां दे विच वरत रहा, उन्होंने साज के सवार के धंधे लाया होया है। और सिर सिर हर एक थां ते, हर एक जगह ते वो किसी नूं कहदी। संसार विच आपां वेखदे हां जिहड़ियां संसार दे विच सरकारां ने, ये झूठियां ने ते इन्हां दे काम भी झूठे ने। हो सकता है किसी स्कूल का प्रिंसीपल बनने दे योग ना होवे, पर उन्होंने ਉਹਦੀ ਸਿਫਾਰਿਸ਼ ਤਗੜੀ ਸੀ ਜਾਂ ਉਹਨੇ ਰਿਸ਼ਵਤ ਦੇ ਦਿੱਤੀ, ਉਹ ਲੱਗ ਗਿਆ ਉਸ ਰੁਤਬੇ 'ਤੇ। ਉਸ ਜਗ੍ਹਾ ਦੇ ਲਾਇਕ ਨਹੀਂ ਸੀ, ਪਰ ਉਸ ਜਗ੍ਹਾ 'ਤੇ ਉਹਨੂੰ ਬਿਠਾ ਦਿੱਤਾ ਗਿਆ। ਜਿਵੇਂ ਆਪਾਂ ਦੇਖਦੇ ਹਾਂ ਕਈ ਮੰਤਰੀ, ਕਈ MLA, ਉਹ ਯੋਗ ਨਹੀਂ ਹੁੰਦੇ ਉਸ ਪਦਵੀ ਦੇ, ਪਰ ਲੋਕ ਬਿਠਾ ਦਿੰਦੇ ਨੇ। ਕੋਈ ਸਰਪੰਚ, ਕੋਈ ਇਸ ਤਰ੍ਹਾਂ ਦਾ ਜਿਹੜਾ ਉਹ ਯੋਗ ਨਹੀਂ ਹੁੰਦਾ, ਪਰ ਉਹ ਕਹਿੰਦੇ ਨਹੀਂ ਸਾਡੀ ਪਾਰਟੀ ਦਾ ਬੰਦਾ ਹੈ, ਜਾਂ ਉਹਦੇ ਧੜੇ ਦੇ ਰਿਸ਼ਤੇਦਾਰ, ਦੋਸਤ ਮਿੱਤਰ ਜ਼ਿਆਦੇ ਸੀ, ਉਹ ਕਹਿੰਦੇ ਸਾਡਾ ਬੰਦਾ ਅੱਗੇ ਕਰੋ ਇਹਨੂੰ। ਯੋਗ ਨਹੀਂ ਹੈ, ਪਰ ਉਸ ਜਗ੍ਹਾ 'ਤੇ ਬਿਠਾ ਦਿੱਤਾ ਗਿਆ।
ਵਾਹਿਗੁਰੂ ਦੇ ਘਰ ਵਿੱਚ ਐਸੀ ਗੱਲ ਨਹੀਂ ਹੈ। ਉੱਥੇ ਸੱਚੋ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਮਾਲਿਆ। ਉੱਥੇ ਨਿਆਂ ਦੀ ਗੱਲ ਹੈ। ਜਿਹੜਾ ਕੋਈ ਜੀਵ ਜੈਸੀ ਜਗ੍ਹਾ 'ਤੇ ਰਹਿਣਾ ਚਾਹੀਦਾ ਹੈ ਉਹਨੂੰ ਉਸੇ ਜਗ੍ਹਾ 'ਤੇ ਵਾਹਿਗੁਰੂ ਰੱਖਦਾ ਹੈ। ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਜਦੋਂ ਕੋਈ ਭਗਤੀ ਕਰਦਾ ਹੈ, ਸਾਧਨਾ ਕਰਦਾ ਹੈ, ਭਗਤ ਦੀ ਕੀ ਪਛਾਣ ਹੈ? ਕਿਹਨੂੰ ਭਗਤ ਆਖਾਂਗੇ ਆਪਾਂ? ਸਾਡੀ ਜਿਹੜੀ ਹੈ ਉਹ ਹੋਰ ਹੀ ਤਰ੍ਹਾਂ ਦੀ ਬਿਰਤੀ ਹੈ ਵੀ ਜਿਹਨੇ ਕੋਈ ਇਸ ਤਰ੍ਹਾਂ ਦਾ ਖਾਸ ਬਾਣਾ ਪਾਇਆ ਹੋਵੇ ਜਾਂ ਕੋਈ ਖਾਸ ਉਹਦਾ ਪਹਿਰਾਵਾ, ਉਹਦਾ ਕੋਈ ਸਾਧਨ ਵਧੀਆ ਹੋਵੇ, ਕੋਈ ਉਹਦਾ ਦੁਨੀਆ ਤੋਂ ਵੱਖਰਾ ਉਹਦਾ ਆਪਣਾ ਬਣਾਇਆ ਹੋਵੇ, ਤਾਂ ਕਹਿੰਦੇ ਇਹ ਸੰਤ ਹੈ। ਪਰ ਸੰਤ ਭਗਤ ਗੁਰਮੁਖ ਦੀ ਡੈਫੀਨੇਸ਼ਨ ਕੀ ਹੈ? ਮਹਾਰਾਜ ਕਹਿੰਦੇ ਉਹਨੂੰ ਸਾਰੇ ਪਾਸੇ ਰੱਬ ਦਿਖਾਈ ਦੇਣ ਲੱਗ ਪੈਂਦਾ ਹੈ। ਸਾਰੇ ਜੀਵਾਂ ਦੇ ਵਿੱਚ ਉਹ ਵਾਹਿਗੁਰੂ ਦਿਖਾਈ ਦੇਣ ਲੱਗ ਪੈਂਦਾ ਅਤੇ ਉਹ ਕਹਿੰਦਾ, ਵਾਹਿਗੁਰੂ ਇਹ ਜੀਵ ਰੂਪੀ ਭਾਂਡੇ ਤੂੰ ਆਪ ਹੀ ਸਾਰੇ ਸਾਜੇ ਹੋਏ ਨੇ, ਸਾਰਿਆਂ ਨੂੰ ਪੂਰਨਤਾ ਦਿੱਤੀ ਹੈ, ਉਹਨੂੰ ਕਿਸੇ ਵਿੱਚ ਕੋਈ ਊਨਤਾ ਹੀ ਨਜ਼ਰ ਨਹੀਂ ਆਉਂਦੀ। ਤਾਂ ਹੀ ਤਾਂ ਬਾਬਾ ਫਰੀਦ ਜੀ ਵਰਗੇ ਮਹਾਂਪੁਰਖ ਕਹਿੰਦੇ ਨੇ, ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ, ਆਪਨੜੇ ਗਿਰੀਵਾਨ ਮੈਂ ਸਿਰ ਨੀਵਾ ਕਰ ਦੇਖ। ਦੂਜੇ ਨੂੰ ਕੁਝ ਕਹਿਣ ਤੋਂ ਪਹਿਲਾਂ ਆਪਣੇ ਆਪ ਦੀ ਪੜਚੋਲ ਕਰ। ਬਸ ਜਦੋਂ ਆਪੇ ਦੀ ਪੜਚੋਲ ਹੋ ਗਈ ਫਿਰ ਪਤਾ ਲੱਗ ਜਾਵੇਗਾ, ਕਿਉਂਕਿ ਆਪੇ ਦੀ ਪੜਚੋਲ ਕੀ ਹੈ? ਰੱਬ ਤੱਕ ਪਹੁੰਚਣਾ। ਜਦੋਂ ਮਨੁੱਖ ਰੱਬ ਤੱਕ ਪਹੁੰਚਦਾ ਹੈ ਫਿਰ ਉਹਨੂੰ ਸਾਰੇ ਪਾਸੇ ਪਰਮਾਤਮਾ ਦਿਖਾਈ ਦੇਣ ਲੱਗ ਜਾਂਦਾ ਹੈ। ਜਿਸ ਤਰ੍ਹਾਂ ਦੀ ਸਾਡੀ ਬਿਰਤੀ ਹੈ ਸਾਨੂੰ ਉਸ ਤਰ੍ਹਾਂ ਦਾ ਦਿਖਾਈ ਦੇਣ ਲੱਗ ਪੈਂਦਾ ਸੰਸਾਰ। ਜਿਵੇਂ ਕਿਸੇ ਦੇ ਘਰ ਪੁੱਤ ਦਾ ਵਿਆਹ ਹੈ ਨਾ, ਅਤੇ ਉਹਦੇ ਵਾਸਤੇ ਸਾਰਾ ਪਿੰਡ ਹੀ ਭੰਗੜੇ ਪਾ ਰਿਹਾ ਹੈ, ਸਾਰਾ ਸ਼ਹਿਰ ਹੀ ਖੁਸ਼ੀਆਂ ਮਨਾ ਰਿਹਾ ਹੈ, ਕਿਉਂਕਿ ਉਹਦੀ ਬਿਰਤੀ ਹੁਣ ਉਸ ਲੈਵਲ 'ਤੇ ਹੈ। ਪਰ ਜਿਹਦੇ ਘਰ ਵਿੱਚ ਸੋਗ ਪਸਰਿਆ ਹੋਇਆ ਹੈ ਉਹਦੇ ਵਾਸਤੇ ਵੀ ਉਹਨੂੰ ਇੱਦਾਂ ਮਹਿਸੂਸ ਹੁੰਦਾ ਜੇ ਸਾਰਾ ਸ਼ਹਿਰ ਹੀ ਕਿਤੇ ਉੱਜੜ ਗਿਆ ਹੈ। ਮੇਰਾ ਘਰ ਹੀ ਨਹੀਂ ਉਜੜਿਆ, ਅੱਜ ਸਾਰੇ ਪਾਸੇ ਉਜਾੜ ਛਾ ਗਈ ਸੰਸਾਰ ਦੇ ਵਿੱਚ। ਜਿਸ ਤਰ੍ਹਾਂ ਦਾ ਕਿਸੇ ਦਾ ਆਪਣਾ ਅੰਦਰ ਬਿਰਤੀ ਬਣ ਗਈ, ਉਸੇ ਤਰ੍ਹਾਂ ਉਹਨੂੰ ਸੰਸਾਰ ਲੱਗਣ ਲੱਗ ਪੈਂਦਾ ਹੈ। ਜਦੋਂ ਕੋਈ ਰੱਬ ਨਾਲ ਜੁੜਿਆ ਅਤੇ ਫਿਰ ਉਹਨੂੰ ਪਤਾ ਲੱਗ ਜਾਂਦਾ ਸਾਰੇ ਪਾਸੇ ਪਰਮਾਤਮਾ ਹੀ ਪਰਮਾਤਮਾ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਉਹ ਗੁਰਮੁਖ ਵਾਹਿਗੁਰੂ ਪਰਮਾਤਮਾ ਦੇ ਚਰਨਾਂ ਵਿੱਚ ਜੁੜ ਕੇ ਕਹਿੰਦਾ, ਮਾਲਕ ਤੂੰ ਸਾਰਿਆਂ ਨੂੰ ਸਾਜਿਆ ਆਪ ਹੈ। ਆਮ ਕਰਕੇ ਆਪਾਂ ਖੁਸ਼ ਨਹੀਂ ਹਾਂ। ਆਪਾਂ ਜੇ ਆਪਣੀ ਪੜਚੋਲ ਕਰੀਏ ਆਪਾਂ ਖੁਸ਼ ਨਹੀਂ ਹਾਂ ਪਰਮਾਤਮਾ 'ਤੇ। ਪਰਮਾਤਮਾ ਤੂੰ ਮੈਨੂੰ ਪਰਿਵਾਰ ਕਿਵੇਂ ਜਿਹਾ ਦਿੱਤਾ ਹੈ, ਤੂੰ ਮੈਨੂੰ ਔਲਾਦ ਕਿਵੇਂ ਜਿਹੀ ਦਿੱਤੀ ਹੈ, ਮਾਂ ਪਿਓ ਕਿਸ ਤਰ੍ਹਾਂ ਦੇ ਦਿੱਤੇ ਨੇ। ਪਤੀ ਕਹਿੰਦਾ ਹੈ ਮੈਨੂੰ ਪਤਨੀ ਕਿਸ ਤਰ੍ਹਾਂ ਦੀ ਦਿੱਤੀ ਹੈ, ਪਤਨੀ ਕਹਿੰਦੀ ਪਰਮਾਤਮਾ ਮੇਰੇ ਵਾਸਤੇ ਇਹੀ ਸੀ। ਭਾਵ ਖੁਸ਼ ਨਹੀਂ ਹੈ ਸੰਸਾਰ ਜੋ ਕੁਝ ਪਰਮਾਤਮਾ ਨੇ ਦਿੱਤਾ ਹੈ। ਪਰ ਗੁਰਮੁਖ ਕਹਿੰਦਾ ਵਾਹਿਗੁਰੂ ਤੂੰ ਜੋ ਕੁਝ ਦਿੱਤਾ ਹੈ ਠੀਕ ਦਿੱਤਾ ਹੈ। ਜਿਵੇਂ ਜੋ ਸੇਖ ਸਾਦੀ ਮਹਾਂਪੁਰਖ ਹੋਏ ਨੇ ਅਰਬ ਦੇ ਇਲਾਕੇ ਦੇ ਵਿੱਚ, ਉਹਨਾਂ ਦੀ ਜੀਵਨ ਦੀ ਗਾਥਾ ਹੈ। ਉਹਨਾਂ ਨੇ ਜੀਵਨ ਵਿੱਚ ਸ਼ੁਰੂਆਤ ਵਿੱਚ ਬੜੀ ਗਰੀਬੀ ਸੀ, ਬੜੀ ਉਹਨਾਂ ਦੇ ਘਰ ਦੇ ਵਿੱਚ ਮੁਸਲਫ ਹੋਈ। ਘਰ ਦੇ ਵਿੱਚ ਉਹਨਾਂ ਨੂੰ ਕੋਈ ਵਧੀਆ ਪਦਾਰਥ ਖਾਣ ਨੂੰ ਨਹੀਂ ਮਿਲਦੇ, ਕੱਪੜੇ ਵੀ ਪਾਟੇ ਹੋਏ, ਪੈਰਾਂ ਵਿੱਚ ਜੁੱਤੀ ਵੀ ਨਹੀਂ। ਬੱਚਿਆਂ ਦੇ ਨਾਲ ਪੜ੍ਹਦੇ ਸੀ ਮਦਰਸੇ ਦੇ ਵਿੱਚ, ਅਤੇ ਉਹਨਾਂ ਦਾ ਇੱਕ ਸਮਾਂ ਹੁੰਦਾ ਸੀ ਦੁਪਹਿਰ ਨੂੰ ਨਮਾਜ਼ ਪੜ੍ਹਨ ਜਾਣਾ ਮਸਜਿਦ ਦੇ ਵਿੱਚ, ਅਤੇ ਮਸਜਿਦ ਮਦਰਸੇ ਤੋਂ ਦੂਰੀ 'ਤੇ ਸੀ ਕੁਝ, ਅਤੇ ਮਾਰੂਤਾਲ ਦਾ ਇਲਾਕਾ, ਦੁਪਹਿਰ ਨੂੰ ਰੇਤਾ ਬੜੀ ਗਰਮ ਹੋ ਜਾਂਦੀ ਹੈ, ਤਪ ਜਾਂਦੀ ਹੈ। ਜਿਵੇਂ ਹੁਣ ਇਹ ਸੜਕਾਂ ਪੱਕੀਆਂ ਨੇ ਨਾ, ਦੁਪਹਿਰ ਨੂੰ ਕਦੇ ਆਪਾਂ ਨੰਗੇ ਪੈਰ ਤੁਰੀਏ ਨਾ ਪੈਰ ਮੱਚਦੇ ਨੇ,
ਅਜੇ ਜਿਹੜੀ ਆਮ ਮਿੱਟੀ ਧਰਤੀ ਹੋਵੇ ਉਹਦੇ 'ਤੇ ਇੰਨੇ ਨਹੀਂ ਪੈਰ ਮੱਚਦੇ ਜਿੰਨਾ ਇਹ ਰੇਤਾ ਦੇ ਵਿੱਚ ਤਪਦੇ ਨੇ ਜਾਂ ਪੱਕੀ ਜਗ੍ਹਾ 'ਤੇ। ਤਾਂ ਉਹਨੇ ਰੋਜ਼ ਉਲਾਂਭਾ ਦੇਣਾ ਬੱਚਿਆਂ ਦਾ ਸੁਭਾਅ ਕਿ ਪਰਮਾਤਮਾ, ਕਿਉਂਕਿ ਵਿੱਚ ਅਮੀਰ ਘਰਾਂ ਦੇ ਬੱਚੇ ਵੀ ਪੜ੍ਹਨ ਜਾਂਦੇ, ਕੋਈ ਪਾਲਕੀ ਵਿੱਚ ਬਹਿ ਕੇ ਜਾਂਦਾ ਹੈ, ਕੋਈ ਘੋੜੇ 'ਤੇ ਸਵਾਰ ਹੋ ਕੇ, ਕਿਸੇ ਨੇ ਵਧੀਆ ਰੋਜ਼ ਜੁੱਤੀ ਪਾਈ ਹੁੰਦੀ ਹੈ। ਕਹਿੰਦੇ ਰੋਜ਼ ਉਲਾਂਭੇ ਦੇਣਾ ਅਤੇ ਉਸ ਉਲਾਂਭੇ ਨਾਲ ਹੀ ਨਮਾਜ਼ ਪੜ੍ਹਨੀ। ਪਰ ਇੱਕ ਦਿਨ ਦੁਪਹਿਰ ਨੂੰ ਕੌਤਕ ਹੋਇਆ, ਇੱਕ ਐਸਾ ਬੰਦਾ ਮਸੀਤ ਦੀਆਂ ਪੌੜੀਆਂ 'ਤੇ ਬੈਠਾ ਜਿਹਦੇ ਪੈਰ ਨਹੀਂ ਹਨ, ਅਤੇ ਉਹ ਸ਼ੁਕਰ ਕਰ ਰਿਹਾ, ਅੱਖਾਂ ਬੰਦ ਕੇ ਅਰਦਾਸ ਕਰ ਰਿਹਾ, ਖੁਦਾ ਤੇਰਾ ਸ਼ੁਕਰ ਕਿ ਮੈਂ ਅੱਜ ਤੇਰੇ ਘਰ ਮੱਥਾ ਟੇਕਣ ਆਇਆ, ਸਿਜਦਾ ਕਰਨ ਵਾਸਤੇ ਆਇਆ। ਇਹ ਸ਼ੇਖ ਸਾਦੀ ਵੇਖ ਰਹੇ ਨੇ ਕੋਲ ਖਲੋ ਕੇ, ਉਹਦੇ ਵੱਲ ਸ਼ੁਕਰ ਕਰ ਰਿਹਾ ਹੈ। ਮਨ ਭਾਰ ਆਇਆ ਕਿ ਖੁਦਾ ਮੈਂ ਤੈਨੂੰ ਰੋਜ਼ ਉਲਾਂਭਾ ਦਿੰਦਾ ਸੀ, ਇਸ ਬੰਦੇ ਕੋਲ ਤਾਂ ਪੈਰ ਵੀ ਨਹੀਂ ਹਨ, ਫਿਰ ਵੀ ਸ਼ੁਕਰਾਨਾ ਕਰ ਰਿਹਾ ਹੈ। ਅੱਜ ਮਸੀਤ ਦੇ ਅੰਦਰ ਗਏ ਅਤੇ ਜਾ ਕੇ ਨਮਾਜ਼ ਪੜ੍ਹੀ, ਬਸ ਅੰਦਰ ਜੁੜ ਗਿਆ। ਉਸ ਦਿਨ ਤੋਂ ਬਾਅਦ ਕਦੇ ਸ਼ਿਕਵਾ ਨਹੀਂ ਕੀਤਾ। ਇਹ ਭਗਤ ਦੀ ਨਿਸ਼ਾਨੀ ਹੈ, ਗੁਰਮੁਖ ਦੀ ਨਿਸ਼ਾਨੀ ਹੈ ਕਿ ਉਹ ਫਿਰ ਪਰਮਾਤਮਾ ਨੇ ਜੋ ਕੁਝ ਦਿੱਤਾ ਹੈ ਉਹਨੂੰ ਵੇਖਦਾ ਵੀ ਬਹੁਤ ਕੁਝ ਉਸ ਹਿਸਾਬ ਨਾਲ ਬਹੁਤ ਕੁਝ ਦਿੱਤਾ ਹੋਇਆ ਹੈ। ਪਰ ਸਾਡਾ ਧਿਆਨ ਇਸ ਗੱਲ ਵੱਲ ਰਹਿੰਦਾ ਹੈ ਕਿ ਮੈਨੂੰ ਦਿੱਤਾ ਕੀ ਹੈ, ਇਹ ਚੀਜ਼ ਠੀਕ ਨਹੀਂ ਦਿੱਤੀ, ਇਹ ਚੀਜ਼ ਠੀਕ ਨਹੀਂ ਦਿੱਤੀ। ਤੋ ਮਹਾਰਾਜ ਸੱਚੇ ਪਾਤਸ਼ਾਹ ਗੁਰਮੁਖ ਦੀ ਅਵਸਥਾ ਬਿਆਨ ਕਰਦੇ ਨੇ ਕਿ ਵਾਹਿਗੁਰੂ ਪਰਮਾਤਮਾ ਇਹ ਸਾਰਾ ਸੰਸਾਰ ਤੂੰ ਬਣਾਇਆ, ਜੀਵਾਂ ਨੂੰ ਸਾਰੇ ਪਾਸੇ ਲਾਇਆ ਹੋਇਆ ਹੈ, ਪਰ ਜਿਹੜੇ ਤੇਰੇ ਹੁਕਮ ਦੇ ਵਿੱਚ ਚੱਲਦੇ ਨੇ, ਬੰਦਗੀ ਕਰਦੇ ਨੇ, ਤਿਨਾਂ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ, ਉਹਨਾਂ 'ਤੇ ਤੂੰ ਨਦਰ ਕਰਨਾ ਹੈ, ਉਹਨਾਂ ਨੂੰ ਫਿਰ ਸਵਾਰ ਦੇਣਾ ਹੈ। ਅਤੇ ਅੱਗੇ ਗੁਰੂ ਅੰਗਦ ਦੇਵ ਮਹਾਰਾਜ ਜੀ ਫਰਮਾਨ ਕਰਦੇ ਨੇ, ਵਾਹਿਗੁਰੂ ਨੇ ਸਾਰਾ ਕੁਝ ਸਾਜਿਆ ਸਵਾਰਿਆ ਜੀਵ ਜੰਤੂਆਂ ਨੂੰ, ਜਿੱਥੇ ਜਿਹਦੀ ਜਗ੍ਹਾ ਸੀ ਉਹਨੂੰ ਉਸ ਥਾਂ 'ਤੇ ਲਾ ਰੱਖਿਆ ਹੈ। ਤਿਸ ਵਿੱਚ ਜੰਤੂ ਪਾਏ ਕਹਿ ਦੇਖੈ ਥਾਪ ਥਾਪ। ਅਤੇ ਫਿਰ ਇਸ ਸੰਸਾਰ ਦੇ ਵਿੱਚ ਜੀਵ ਜੰਤੂਆਂ ਨੂੰ ਪੈਦਾ ਕਰਕੇ ਉਹਨਾਂ ਨੂੰ ਆਪ ਹੀ ਥਾਪਣਾ ਦਿੰਦਾ ਹੈ, ਕੰਮ ਧੰਦੇ ਕਰਨ ਦੀ ਆਪ ਹੀ ਉਹਨਾਂ ਨੂੰ ਲੈ ਵੀ ਕਰਦਾ ਹੈ, ਆਪ ਹੀ ਸਾਜਣ ਵਾਲਾ ਹੈ, ਔਰ ਉਹਨਾਂ ਨੂੰ ਬਲ ਵੀ ਦਿੰਦਾ ਹੈ, ਕੰਮ ਕਿਰਤ ਕਰਨ ਦਾ, ਤੁਰਨ ਫਿਰਨ ਦਾ ਸਾਰਾ ਕੁਝ, ਇਹ ਸਾਰਾ ਕੁਝ ਕਰਦਾ ਹੋਇਆ ਉਹ ਵੇਖ ਰਿਹਾ ਹੈ। ਕਿਸ ਨੂੰ ਕਹੀਏ ਨਾਨਕਾ ਸਭ ਕੁਛ ਆਪੇ ਆਪ। ਮਹਾਰਾਜ ਕਹਿੰਦੇ ਜੇ ਸਾਨੂੰ ਕੋਈ ਦੁੱਖ ਹੈ, ਕੋਈ ਕਿਸੇ ਤਰ੍ਹਾਂ ਦੀ ਮਨ ਦੇ ਵਿੱਚ ਗਿਲਾ ਹੈ, ਅਤੇ ਜੇ ਆਪਾਂ ਉਹ ਅਰਦਾਸ ਕਰਨੀ ਅਤੇ ਹੋਰ ਕਿਹਦੇ ਕੋਲ ਜਾ ਕੇ ਕਰੀਏ, ਪਰਮਾਤਮਾ ਤੋਂ ਬਿਨਾਂ ਕੋਈ ਦੂਜਾ ਹੋਰ ਹੈ ਹੀ ਨਹੀਂ। ਕਿਸ ਨੂੰ ਕਹੀਏ ਨਾਨਕਾ ਸਭ ਕੁਛ ਆਪੇ ਆਪ। ਗਿਲਾ ਵੀ ਕਾਸ ਤੋਂ ਕਰਨਾ ਹੈ, ਕਿਉਂਕਿ ਸਾਰਾ ਕੁਝ ਉਹ ਆਪ ਹੀ ਹੈ। ਜੀਵ ਵੀ ਆਪ ਹੈ, ਬ੍ਰਹਮ ਵੀ ਆਪ ਹੈ, ਦੋਵੇਂ ਪਾਸੇ ਆਪ ਹੀ ਆਪ ਹੈ। ਕਿਸ ਨੂੰ ਕਹੀਏ ਨਾਨਕਾ ਹੋਰ ਕਿਹਦੇ ਕੋਲ ਜਾ ਕੇ ਕਰੀਏ, ਕਿਉਂਕਿ ਕੋਈ ਹੋਰ ਦੂਜਾ ਹੈ ਨਹੀਂ। ਪੌੜੀ ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ। ਉਸ ਵੱਡੇ ਮਾਲਕ ਵਾਹਿਗੁਰੂ ਦੀਆਂ ਵਡਿਆਈਆਂ ਸਿਫਤਾਂ ਗੁਣ ਬੇਅੰਤ ਹਨ, ਬਿਆਨ ਨਹੀਂ ਕਰ ਸਕਦਾ ਜੀਵ। ਭਗਤ ਕਬੀਰ ਸਾਹਿਬ ਜੀ ਆਪਣੀ ਪਾਵਨ ਬਾਣੀ ਵਿੱਚ ਫਰਮਾਨ ਕਰਦੇ ਨੇ, ਕਈਆਂ ਨੇ ਅੰਤ ਲੈਣਾ ਚਾਹਿਆ ਰੱਬ ਦਾ, ਪਰ ਅੰਤ ਲੈ ਨਹੀਂ ਸਕੇ। ਸਨਕ ਸਨੰਦ ਮਹੇਸ਼ ਸਮਾਨਾ, ਸੇਖ ਨਾਗ ਤੇਰੋ ਮਰਮ ਨਾ ਜਾਣਾ। ਇਹਨਾਂ ਨੇ ਅੰਤ ਲੈਣਾ ਚਾਹਿਆ ਸੀ। ਬ੍ਰਹਮਾ ਦੇ ਪੁੱਤਰ ਸਨਤ, ਸਨੰਦ, ਸੰਤ ਕੁਮਾਰ ਇਤਿਆਦਿਕ ਜਿਹੜੇ ਸਨ। ਭਗਤ ਕਬੀਰ ਸਾਹਿਬ ਜੀ ਕਹਿੰਦੇ ਹੈ ਨਿਰੰਕਾਰ ਸਨਕ ਸਨੰਦ ਮਹੇਸ਼ ਸਮਾਨਾ। ਉਹਨਾਂ ਵਰਗੇ ਹੋਰ ਵੀ ਬੜੇ ਬੜੇ ਜਪੀ ਤਪੀ। ਸੇਖ ਨਾਗ ਤੇਰੋ ਮਰਮ ਨਾ ਜਾਣਾ। ਸੇਖ ਨਾਗ ਕਹਿੰਦੇ ਜਿਹੜਾ ਰੋਜ਼ ਰੱਬ ਦੇ ਨਵੇਂ ਨਾਮ ਜਪਦਾ ਸੀ, ਅਤੇ ਕਹਿੰਦੇ ਮੈਂ ਰੱਬ ਦਾ ਅੰਤ ਲੈਣਾ ਹੈ, ਪਰ ਪਰਮਾਤਮਾ ਦਾ ਅੰਤ ਉਹ ਵੀ ਨਹੀਂ ਲੈ ਸਕਿਆ। ਸੰਤ ਸੰਗਤ ਰਾਮ ਹਿਰਦੈ ਵਸਾਈ।
ਐਸਾ ਵਾਹਿਗੁਰੂ ਹਿਰਦੇ ਵਿੱਚ ਵਸ ਜਾਂਦਾ ਹੈ, ਪਰ ਗੁਰੂ ਦੀ ਸੰਗਤ ਵਿੱਚ ਬੈਠ ਕਰਕੇ, ਜਿਸ ਦਾ ਕੋਈ ਅੰਤ ਨਹੀਂ ਪਾ ਸਕਦਾ। ਹਨੂਮਾਨ ਸਰ ਗੜ ਸਮਾਨਾ, ਸੁਰਪਤ ਨਰਪਤ ਨਹੀਂ ਗੁਣ ਜਾਨਾ। ਚਾਰ ਵੇਦ ਅਰ ਸਿਮਰਤ ਪੁਰਾਨਾ, ਕਮਲਾ ਪਤ ਕਵਲਾ ਨਹੀਂ ਜਾਨਾ। ਕਹਿ ਕਬੀਰ ਸੋ ਭਰਮੈ ਨਾਹੀ, ਪਗ ਲਗ ਰਾਮ ਰਹਿ ਸਰਨਾਹੀ। ਮਹਾਰਾਜ ਕਹਿੰਦੇ ਜਿਹੜਾ ਰੱਬ ਦੀ ਸ਼ਰਨ ਵਿੱਚ ਪੈ ਜਾਂਦਾ, ਬੰਦਗੀ ਕਰਦਾ ਹੈ ਨਾ, ਉਹ ਨਹੀਂ ਭਟਕਦਾ। ਜਿਹੜਾ ਅੰਤ ਲੈਣਾ ਚਾਹੁੰਦਾ ਫਿਰ ਉਹ ਖੁਆਰ ਹੁੰਦਾ ਹੈ, ਕਿਉਂਕਿ ਵਾਹਿਗੁਰੂ ਦੀ ਸਮਗਰ ਮਹਿਮਾ ਨੂੰ ਕੋਈ ਅੱਜ ਤੱਕ ਨਹੀਂ ਬਿਆਨ ਕਰ ਸਕਿਆ, ਨਾ ਕਰ ਸਕੇਗਾ। ਵੱਡੇ ਕੀਆਂ ਵਡਿਆਈਆਂ, ਕਿਛ ਕਹਿਣਾ ਕਹਿਣ ਨਾ ਜਾਏ। ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿ ਸੰਵਾਏ। ਉਹ ਵਾਹਿਗੁਰੂ ਕਰਤਾ ਹੈ, ਸਾਰਿਆਂ ਨੂੰ ਬਣਾਉਣ ਵਾਲਾ ਹੈ। ਕਾਦਰ ਕੁਦਰਤ ਦਾ ਮਾਲਕ ਹੈ। ਕਰੀਮ ਬਖਸ਼ਿਸ਼ਾਂ ਕਰਨ ਵਾਲਾ ਹੈ। ਦੇ ਜੀਆਂ ਰਿਜ਼ਕ ਸਮਾਏ, ਸਾਰੇ ਜੀਵਾਂ ਨੂੰ ਰਿਜ਼ਕ ਪਹੁੰਚਾਉਂਦਾ ਹੈ, ਸਾਰਿਆਂ ਨੂੰ ਰਿਜ਼ਕ ਦਿੰਦਾ ਹੈ। ਸਾਈ ਕਾਰ ਕਮਾਵਣੀ ਧੁਰ ਛੋਡੀ ਤਿਨੈ ਪਾਏ। ਉਹੀ ਜੀਵ ਨੇ ਕਾਰ ਕਰਨੀ ਹੈ ਜੋ ਧੁਰ ਦਰਗਾਹੋਂ ਵਾਹਿਗੁਰੂ ਨੇ ਇਹਦੇ ਮਸਤਕ 'ਤੇ ਲਿਖ ਛੱਡੀ ਹੈ। ਇੱਥੇ ਫਿਰ ਇੱਕ ਗੱਲ ਆਉਂਦੀ ਹੈ, ਫਿਰ ਜੇ ਪਰਮਾਤਮਾ ਨੇ ਸਾਡੇ ਮਸਤਕ 'ਤੇ ਲਿਖ ਛੱਡੀ, ਫਿਰ ਤਾਂ ਸਾਡਾ ਦੋਸ਼ ਹੀ ਕੋਈ ਨਹੀਂ ਹੈ, ਜੋ ਮਰਜ਼ੀ ਕਰੀ ਚੱਲੋ। ਪਰਮਾਤਮਾ ਜਿਵੇਂ ਆਰੰਭ ਵਿੱਚ ਬੇਨਤੀ ਕੀਤੀ ਹੈ, ਪੁਰਾਣੇ ਲੋਕ ਭਾਂਡੇ ਦਾ ਗੁਣ ਵੇਖ ਕੇ, ਕੁਆਲਿਟੀ ਵੇਖ ਕੇ ਉਹਦੇ ਵਿੱਚ ਵਸਤੂ ਪਾਉਂਦੇ ਸੀ, ਵੀ ਇਸ ਭਾਂਡੇ ਵਿੱਚ ਵਸਤੂ ਪਾਵਾਂਗੇ ਖਰਾਬ ਹੋ ਜਾਵੇਗੀ, ਇਸ ਭਾਂਡੇ ਵਿੱਚ ਇਹੀ ਵਸਤੂ ਪੈ ਸਕਦੀ ਹੈ। ਇਸੇ ਤਰ੍ਹਾਂ ਪਰਮਾਤਮਾ ਵਾਹਿਗੁਰੂ ਵੇਖ ਲੈਂਦਾ ਇਹ ਜੀਵ ਦਾ ਸੁਭਾਅ, ਇਹਦੇ ਜਨਮ ਦੇ ਸੰਸਕਾਰ, ਫਿਰ ਉਸ ਤਰ੍ਹਾਂ ਦੇ ਕੰਮ ਧੰਦੇ ਲਾ ਦਿੰਦਾ, ਕਿਉਂਕਿ ਉਹਨੂੰ ਪਤਾ ਜੇ ਇਹਨੂੰ ਕੋਈ ਹੋਰ ਚੀਜ਼ ਦੇ ਦਿੱਤੀ ਉਹ ਇਹਦੇ ਤੋਂ ਸੰਭਾਲੀ ਨਹੀਂ ਜਾਣੀ। ਸਾਈ ਕਾਰ ਕਮਾਵਣੀ ਧੁਰ ਛੋਡੀ ਤਿਨੈ ਪਾਏ। ਜੋ ਵਾਹਿਗੁਰੂ ਪਰਮਾਤਮਾ ਨੇ ਮਸਤਕ ਵਿੱਚ ਲਿਖ ਦਿੱਤਾ, ਉਹੀ ਜੀਵ ਕਾਰ ਕਮਾਉਂਦਾ ਹੈ। ਨਾਨਕ ਏਕੀ ਵਾਰੀ ਔਰ ਦੂਜੀ ਨਾ ਹੀ ਜਾਏ। ਉਸ ਵਾਹਿਗੁਰੂ ਪਰਮਾਤਮਾ ਤੋਂ ਬਾਹਰ ਹੋਰ ਕੁਝ ਵੀ ਨਹੀਂ, ਨਾ ਕੋਈ ਦੂਜੀ ਜਗ੍ਹਾ ਹੈ ਜਿੱਥੇ ਜਾ ਕੇ ਜੀਵ ਦਾ ਭਲਾ ਹੋ ਸਕਦਾ ਹੈ, ਕੇਵਲ ਉਹ ਵਾਹਿਗੁਰੂ ਹੈ। ਮਹਾਰਾਜ ਕਹਿੰਦੇ ਸੋ ਕਰੇ ਜੇ ਤਿਸੈ ਰਜਾਏ। ਪਰਮਾਤਮਾ ਵਾਹਿਗੁਰੂ ਕਿਸੇ ਤੋਂ ਪੁੱਛ ਕੇ ਕੁਝ ਨਹੀਂ ਕਰਦਾ, ਜੋ ਉਹਦੀ ਰਜਾ ਹੁੰਦੀ ਹੈ ਉਹੀ ਉਹ ਕਰਦਾ ਹੈ। ਬੀਓ ਪੂਛ ਨਾ ਮਸਲਤ ਧਰੈ, ਜੋ ਕੁਛ ਕਰੈ ਸੋ ਆਪੇ ਕਰੈ। ਕਿਸੇ ਦੀ ਸਲਾਹ ਨਹੀਂ ਲੈਂਦਾ। ਉਹ ਸਰਬ ਕਲਾ ਸਮਰੱਥ ਹੈ। ਵੱਡੇ ਮੇਰੇ ਸਾਹਿਬਾਂ ਗੈਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ। ਸੋ ਕਰੇ ਜੇ ਤਿਸੈ ਰਜਾਏ। ਮਹਾਰਾਜ ਕਹਿੰਦੇ ਉਹਦੇ 'ਤੇ ਹੁਕਮ ਚਲਾਉਣ ਦਾ ਯਤਨ ਨਾ ਕਰ, ਉਹਦੀ ਸ਼ਰਨ ਵਿੱਚ ਪੈ ਜਾ, ਕਿਉਂਕਿ ਉਹਨੇ ਕਰਨਾ ਉਹੀ ਹੈ ਜੋ ਉਹਦੀ ਮਨ ਮਰਜ਼ੀ ਹੈ, ਜੋ ਉਹਦੀ ਇੱਛਾ ਹੈ। ਇਸ ਕਰਕੇ ਉਹਦੀ ਸ਼ਰਨ ਵਿੱਚ ਪੈਣਾ ਕਰ। ਸ਼ੁੱਧ ਮਹਾਰਾਜ ਪੰਚਮ ਪਾਤਸ਼ਾਹ ਜੀ ਨੇ ਸ਼ਬਦ ਲਿਖਿਆ ਹੈ, ਬਾਣੀ ਸ਼ੁੱਧ। ਇਹਦੇ ਵਿੱਚ ਕੋਈ ਵੀ ਆਪਣੇ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਸ਼ਬਦ ਅੱਖਰ ਪਾਉਣ ਦਾ ਯਤਨ ਨਾ ਕਰੇ, ਕਿਉਂਕਿ ਬਹੁਤ ਸਾਰੀਆਂ ਬਾਣੀਆਂ ਉੱਥੇ ਮਹਾਰਾਜ ਨੇ ਇਸ ਤਰ੍ਹਾਂ ਦੇ ਸ਼ਬਦ ਲਿਖ ਦਿੱਤੇ ਜਿੱਥੇ ਕੋਈ ਕਿਸੇ ਤਰ੍ਹਾਂ ਦੀ ਕੋਈ ਸ਼ੰਕਾ ਸੀ ਵੀ ਇੱਥੇ ਕੋਈ ਮਿਲਾਵਟ ਕਰ ਸਕਦਾ ਹੈ, ਅਤੇ ਉੱਥੇ ਮਹਾਰਾਜ ਨੇ ਖਾਸ ਕਰਕੇ ਉਹ ਹਦਾਇਤ ਕੀਤੀ ਹੈ। ਆਸਾ ਕੀ ਵਾਰ ਦੀ ਕਥਾ ਇੱਥੇ ਸੰਪੂਰਨ ਹੋਈ ਹੈ। ਲੜੀਵਾਰ ਜੋ ਕਥਾ ਚੱਲ ਰਹੀ ਅੱਗੇ ਭਗਤ ਬਾਣੀ ਆਰੰਭ ਹੋ ਰਹੀ ਹੈ। ਜਿਵੇਂ ਸਤਿਗੁਰੂ ਸੇਵਾ ਲੈਣਗੇ ਆਉਣ ਵਾਲੇ ਸਮੇਂ ਅੰਦਰ ਆਪਾਂ ਉਹ ਸਾਂਝ ਪਾਵਾਂਗੇ। ਸਤਿਗੁਰੂ ਦੀ ਅਗਾਧ ਬੋਧ ਬਾਣੀ ਦੀਆਂ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।